Hello students, welcome to the online class. Today we will continue the lesson number 2, The Farmer and the Bullock Cart. ਬੱਚਿਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਾਠ 2 ਕਿਸਾਨ ਅਤੇ ਬੈਲ ਗੱਡੀ ਦੇ ਬਾਕੀ ਰਹਿੰਦੇ ਪੈਰੇ ਪੜਾਂਗੇ ਅਤੇ ਉਹਨਾਂ ਨੂੰ ਸਮਝਾਂਗੇ। ਉਸ ਤੋਂ ਪਹਿਲਾਂ ਲੈਟਸ ਟੇਕ ਅ ਸ਼ਾਰਟ ਰੀਕੈਪ। ਆਓ ਪਹਿਲਾਂ ਅਸੀਂ ਕੀ ਪੜ੍ਹ ਚੁੱਕੇ ਹਾਂ ਉਸ 'ਤੇ ਇੱਕ ਨਜ਼ਰ ਮਾਰੀਏ। ਸੁਰਜੀਤ ਇੱਕ ਕਿਸਾਨ ਸੀ। ਉਸ ਦੀ ਉਮਰ 60 ਸਾਲ ਦੀ ਸੀ ਅਤੇ ਉਹ ਆਪਣੇ ਖੇਤ ਵਿੱਚ ਬਹੁਤ ਸਖਤ ਮਿਹਨਤ ਕਰਦਾ ਸੀ। ਉਸ ਦੀ ਫਸਲ ਤਿਆਰ ਹੋ ਚੁੱਕੀ ਸੀ ਅਤੇ ਉਹ ਆਪਣੀ ਫਸਲ ਨੂੰ ਖੁਦ ਦਾਣਾ ਮੰਡੀ ਲੈ ਕੇ ਜਾਣਾ ਚਾਹੁੰਦਾ ਸੀ, ਜਿਸ ਲਈ ਉਸਨੇ ਐਤਵਾਰ ਸ਼ਾਮ ਨੂੰ ਹੀ ਕਣਕ ਦੀਆਂ ਬੋਰੀਆਂ ਨੂੰ ਆਪਣੀ ਬੈਲ ਗੱਡੀ 'ਤੇ ਲੱਦ ਲਿਆ ਅਤੇ ਸੋਮਵਾਰ ਸਵੇਰੇ ਉਹ ਦਾਣਾ ਮੰਡੀ ਲਈ ਨਿਕਲ ਗਿਆ। ਰਸਤਾ ਕੱਚਾ ਸੀ ਅਤੇ ਪਿਛਲੀ ਰਾਤ ਨੂੰ ਹੀ ਬਹੁਤ ਤੇਜ਼ ਬਾਰਿਸ਼ ਹੋਈ ਸੀ, ਜਿਸ ਕਰਕੇ ਉਹ ਹੌਲੀ ਜਾ ਰਿਹਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਕਿਤੇ ਉਸਦੇ ਬੈਲ ਗੱਡੀ ਦੇ ਜਿਹੜੇ ਪਹੀਏ ਹਨ ਜਾਂ ਚੱਕੇ ਹਨ ਉਹ ਮਿੱਟੀ ਵਿੱਚ ਜਾਂ ਚਿੱਕੜ ਵਿੱਚ ਧੱਸ ਨਾ ਜਾਣ, ਫਸ ਨਾ ਜਾਣ। ਸੋ ਆਓ ਬੱਚਿਓ, ਲੈਟਸ ਸਟਾਰਟ ਦ ਨੈਕਸਟ ਪੈਰਾਗ੍ਰਾਫਸ। ਪੁੱਟ ਯੂਰ ਫਿੰਗਰ ਔਨ ਯੂਰ ਬੁੱਕ ਔਰ ਕੰਸਨਟਰੇਟ ਔਨ ਦ ਸਕਰੀਨ। ਆਓ ਸ਼ੁਰੂ ਕਰਦੇ ਹਾਂ। ਐਜ਼ ਹੀ ਵਾਜ਼ ਪਾਸਿੰਗ ਬਾਈ ਏ ਫੀਲਡ, the wheels of his bullock cart got stuck in the mud. ਜਿਵੇਂ ਹੀ ਉਹ ਖੇਤ ਦੇ ਕੋਲੋਂ ਲੰਘ ਰਿਹਾ ਸੀ, ਉਸ ਦੀ ਬੈਲ ਗੱਡੀ ਦੇ ਪਹੀਏ ਚਿੱਕੜ ਵਿੱਚ ਫਸ ਗਏ, ਗਿੱਲੀ ਮਿੱਟੀ ਵਿੱਚ ਫਸ ਗਏ। He tried hard to pull out his bullock cart, but all in vain. He tried, ਉਸਨੇ ਕੋਸ਼ਿਸ਼ ਕੀਤੀ। Hard, ਸਖਤ ਕੋਸ਼ਿਸ਼ ਕੀਤੀ। He tried hard to pull out his bullock cart, but all in vain. ਉਸਨੇ ਆਪਣੀ ਬੈਲ ਗੱਡੀ ਨੂੰ ਬਾਹਰ ਖਿੱਚਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਭ ਕੁਝ ਵਿਅਰਥ ਸੀ। Vain means useless, ਵਿਅਰਥ ਹੋ ਜਾਣਾ। Underline the word vain. Underline the word tried. Next line ਬੱਚਿਓ। He called out for help, but the farmers working in the fields ignored his request. ਉਸਨੇ ਖੇਤ ਵਿੱਚ ਕੰਮ ਕਰ ਰਹੇ ਕਿਸਾਨਾਂ ਨੂੰ ਆਪਣੀ ਮਦਦ ਲਈ ਬੁਲਾਇਆ, ਪਰ ਉਹਨਾਂ ਨੇ ਉਸ ਦੀ ਬੇਨਤੀ ਇਗਨੋਰ ਕਰ ਦਿੱਤੀ, ਅਣਦੇਖਿਆ ਕਰ ਦਿੱਤੀ। Ignore means ਅਣਦੇਖਿਆ। So underline the word ignored. Underline the word request. Coming to the next line. The farmer again tried hard to pull the bullock cart out of the mud. ਕਿਸਾਨ ਨੇ ਦੁਬਾਰਾ ਬੈਲ ਗੱਡੀ ਨੂੰ ਚਿੱਕੜ ਵਿੱਚੋਂ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ। But all his efforts were of no use. ਪਰ ਉਸਦੇ ਸਾਰੇ ਯਤਨ ਕਿਸੇ ਕੰਮ ਦੇ ਨਹੀਂ ਸਨ, ਸਾਰੇ ਯਤਨ ਵਿਅਰਥ ਸਨ। Efforts means labor, ਉਸਦੀ ਮਿਹਨਤ, ਉਸਦੇ ਯਤਨ। It was getting dark. ਹਨੇਰਾ ਹੋ ਰਿਹਾ ਸੀ। Underline the word dark. The farmer was old and weak. ਕਿਸਾਨ ਬਜ਼ੁਰਗ ਅਤੇ ਕਮਜ਼ੋਰ ਸੀ। Underline the word weak. Weak ਤੋਂ ਭਾਵ ਹੈ ਕਮਜ਼ੋਰ। Still he was struggling hard. ਫਿਰ ਵੀ ਉਹ ਸਖਤ ਮਿਹਨਤ ਕਰ ਰਿਹਾ ਸੀ, ਸੰਘਰਸ਼ ਕਰ ਰਿਹਾ ਸੀ ਕਿ ਉਸਦੀ ਜਿਹੜੀ ਬੈਲ ਗੱਡੀ ਹੈ ਉਹ ਮਿੱਟੀ ਵਿੱਚੋਂ ਬਾਹਰ ਆ ਜਾਏ। In the meantime, 2 youngsters came and lent a helping hand. In the meantime ਮਤਲਬ ਉਸੀ ਸਮੇਂ। 2 youngster, 2 ਨੌਜਵਾਨ। ਉਸੇ ਸਮੇਂ 2 ਨੌਜਵਾਨ ਆਏ ਅਤੇ ਉਹਨਾਂ ਨੇ ਆਪਣਾ ਮਦਦ ਦਾ ਹੱਥ ਅੱਗੇ ਵਧਾਇਆ। The 3 of them successfully pulled out the bullock cart. ਤਿੰਨਾਂ ਨੇ ਮਿਲ ਕੇ ਸਫਲਤਾਪੂਰਵਕ ਬੈਲ ਗੱਡੀ ਨੂੰ ਬਾਹਰ ਕੱਢ ਲਿਆ। The farmer was happy and blessed the youngsters. Underline the word happy, blessed. ਹਾਂਜੀ ਬੱਚਿਓ, ਕਿਸਾਨ ਬਹੁਤ ਖੁਸ਼ ਸੀ ਅਤੇ ਉਸਨੇ ਨੌਜਵਾਨਾਂ ਨੂੰ ਆਸ਼ੀਰਵਾਦ ਦਿੱਤਾ, ਅਸੀਸਾਂ ਦਿੱਤੀਆਂ। ਕਿਉਂ ਦਿੱਤੀਆਂ ਬੱਚਿਓ ਅਸੀਸਾਂ? ਕਿਉਂਕਿ ਉਹਨਾਂ ਨੇ ਉਸ ਕਿਸਾਨ ਦੀ ਬੈਲ ਗੱਡੀ ਨੂੰ ਚਿੱਕੜ ਵਿੱਚੋਂ ਕੱਢਣ ਲਈ
ਮਦਦ ਕੀਤੀ ਸੀ ਕਿ ਸਾਨੂੰ ਦੂਸਰਿਆਂ ਦੀ ਮਦਦ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ। ਯੂ ਹੈਵ ਟੂ ਰਾਈਟ ਦਾ ਡਿਫਿਕਲਟ ਵਰਡਸ ਔਰ ਅੰਡਰਲਾਈਨ ਵਰਡਸ ਇਨ ਯੋਰ ਨੋਟਬੁੱਕ। ਉਮੀਦ ਹੈ ਤੁਹਾਨੂੰ ਇਹ ਸਟੋਰੀ ਵਧੀਆ ਲੱਗੀ ਹੋਏਗੀ। ਤੁਸੀਂ ਹੁਣ ਇਸ ਪਾਠ ਨੂੰ ਦੁਬਾਰਾ ਤੋਂ ਪੜ੍ਹਨਾ ਹੈ ਅਤੇ ਇਸ ਦੇ ਵਿੱਚ ਆਏ ਔਖੇ ਸ਼ਬਦਾਂ ਨੂੰ ਯਾਦ ਕਰਨਾ ਹੈ ਅਤੇ ਆਪਣੀ ਕਾਪੀ 'ਤੇ ਲਿਖਣਾ ਹੈ। ਸੋ ਤਦ ਤੱਕ ਲਈ ਬੱਚਿਓ ਅਲਵਿਦਾ। ਟੇਕ ਕੇਅਰ, ਸਟੇ ਹੋਮ, ਸਟੇ ਸੇਫ।